ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ अजूनी सैभं गुर प्रसाद। कोट पराध हमारे खंडो अनक विधि समझावो। हम अज्ञान अलप मत थोड़ी तुम आपन बिरद रखावो। तुमरी शरण तुम्हारी आसा तुम ही सजन सुहेले। राखो राखण हार दयाला नानक करके गोले। वाहिगुरु जी का खालसा वाहिगुरु जी की फतेह। धन धन श्री गुरु ग्रंथ साहिब महाराज जिन्हां दी अपार बख्शिश रहमत होई है, ਇਹ ਸੁਭਾਗ ਸਮੇਂ ਬਖਸ਼ੇ ਹਨ ਗੁਰੂ ਨੇ। ਇਹ ਗੁਰੂ ਦਾ ਤਰਸ ਹੈ ਸਾਡੇ ਤੇ, ਜੋ ਸਤਿਗੁਰੂ ਨੇ ਅੱਜ ਇੱਕ ਮਹਾਨ ਦਿਹਾੜਾ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ। ਖਾਸ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਜਿਨ੍ਹਾਂ ਦੇ ਸਦਕੇ ਅਸੀਂ ਮਿਲ ਬੈਠ ਕੇ ਸਤਿਗੁਰੂ ਦੇ ਇਸ ਬਾਣੀ ਦੀ ਵਿਚਾਰ ਕਰਨ ਵਾਸਤੇ ਇਕੱਤਰ ਹੋਏ ਹਾਂ। ਤੋ ਅਸੀਂ ਅੱਜ ਜੋ ਵਿਸ਼ਾ ਲਿਆ ਹੈ, ਮਹਾਰਾਜ ਕਹਿੰਦੇ ਨੇ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ। ਜਿਨ ਚਾਖਿਆ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸ੍ਰੀ ਸੁਮਨੀ ਸਾਹਿਬ ਵਿੱਚ ਗੋੜੀ ਰਾਗ ਵਿੱਚ ਕੀ ਕਹਿ ਰਹੇ ਹਨ? ਜਿਨ੍ਹਾਂ ਨੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚੱਖ ਲਿਆ, ਭਾਵ ਕਿ ਉਹਦਾ ਸਵਾਦ ਲੈ ਲਿਆ, ਸੇ ਜਨ ਤ੍ਰਿਪਤਾਨੇ, ਉਹ ਫਿਰ ਤ੍ਰਿਪਤ ਹੋ ਗਏ। ਭਾਵ ਕਿ ਉਹ ਹੁਣ ਮਾਇਆ ਦੇ ਹੱਥੀਂ ਵਿਕਦੇ ਨਹੀਂ ਨੇ, ਮਾਇਆ ਉਹਨਾਂ ਤੇ ਹਾਵੀ ਨਹੀਂ ਹੁੰਦੀ। ਪੂਰਨ ਪੁਰਖ ਨਹੀਂ ਡੋਲਾਨੇ, ਉਹ ਪੂਰਨ ਹੋ ਜਾਂਦੇ ਹਨ। ਪੁਰਖ ਅਸੀਂ ਆਮ ਤੌਰ 'ਤੇ ਕਹਿੰਦੇ ਹਾਂ ਬੰਦਾ ਪੂਰਾ ਹੋ ਗਿਆ ਹੈ। ਪੂਰਾ ਤਦੋਂ ਹੁੰਦਾ ਹੈ ਜਦੋਂ ਪਰਮਾਤਮਾ ਦੇ ਵਿੱਚ ਲੀਨ ਹੁੰਦਾ ਹੈ, ਔਰ ਉਹੀ ਹੋ ਸਕਦਾ ਹੈ ਜਿਹੜਾ ਪਰਮਾਤਮਾ ਦੇ ਨਾਮ ਦਾ ਰਸ ਚਖਿਆ ਹੋਵੇ। ਤੋ ਐਸੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਸੰਗਿਆ ਬ੍ਰਹਮ ਗਿਆਨੀ ਦੀ ਮਿਲੀ ਹੈ, ਭਾਵ ਕਿ ਬ੍ਰਹਮ ਦਾ ਗਿਆਨ ਹੋ ਜਾਣਾ। ਬ੍ਰਹਮ ਕੌਣ ਹੈ? ਪਰਮਾਤਮਾ। ਕਿਸੇ ਦੇਵੀ ਦੇਵਤੇ ਦਾ ਜ਼ਿਕਰ ਨਹੀਂ ਆਉਂਦਾ। ਬ੍ਰਹਮ ਤੋਂ ਭਾਵ ਹੁੰਦਾ ਹੈ ਉਸ ਪਰਮਾਤਮਾ ਦੇ ਪ੍ਰਤੀ, ਭਾਵ ਕਿ ਇੱਕ ਓੰਕਾਰ ਦਾ ਉਪਾਸਕ ਹੋ ਜਾਣਾ। ਇਹ ਇਸ ਤਰ੍ਹਾਂ ਸਮਝ ਲਓ ਕਿ ਉਹਨੂੰ ਬ੍ਰਹਮ ਦਾ ਗਿਆਨ ਹੋ ਗਿਆ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਹਨ। ਜੇ ਬ੍ਰਹਮ ਗਿਆਨੀ ਦੀ 3 ਵਿਸ਼ੇਸ਼ਤਾ ਨੇ। ਪੜ੍ਹੋ ਸੁਖਮਨੀ ਸਾਹਿਬ ਵਿੱਚ ਕਿ ਬ੍ਰਹਮ ਗਿਆਨੀ ਕੀ ਹੁੰਦਾ ਹੈ, ਕੌਣ ਹੈ ਬ੍ਰਹਮ ਗਿਆਨੀ? ਜਿਹਦੇ ਮਨ ਦੇ ਵਿੱਚ ਉਹ ਪ੍ਰਭੂ ਵਸਿਆ ਹੋਵੇ, ਰਸਨਾ ਤੇ ਉਸ ਪਰਮਾਤਮਾ ਦਾ ਨਾਮ ਹੋਵੇ, ਤੇ ਇੱਕ ਦਾ ਪੁਜਾਰੀ ਹੋਵੇ। ਬਾਬਾ ਜੀ ਬਾਣੀ 'ਚ ਕਹਿੰਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੈ ਏਕਸ ਬਿਨ ਕੋਏ। ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਬ੍ਰਹਮ ਗਿਆਨੀ ਦੇ ਲੱਛਣ ਕੀ ਨੇ?
कि ਉਹਦੇ ਮਨ ਦੇ ਵਿੱਚ ਸਦਾ ਥਿਰ ਰਹਿਣ ਵਾਲਾ, ਕਾਇਮ ਰਹਿਣ ਵਾਲਾ ਪਰਮਾਤਮਾ ਵਸਿਆ ਹੁੰਦਾ ਹੈ। ਤੇ ਮੁੱਖੋਂ ਵੀ ਉਹ ਪਰਮਾਤਮਾ ਦਾ ਨਾਮ ਹੀ ਜਪਦਾ ਹੈ। ਇਹ ਨਹੀਂ ਕਿ ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਐਸੀ ਗੱਲ ਨਹੀਂ ਹੈ। ਬ੍ਰਹਮ ਗਿਆਨੀ ਦੀ ਕੀ ਅਵਸਥਾ ਹੈ? ਜੀਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਉ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਜਿਹੜੇ ਅੰਦਰੋਂ ਤੇ ਬਾਹਰੋਂ ਨਿਰਮਲ ਨੇ, ਧਿਆਨ ਦੇਣਾ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਇਹ ਲੱਛਣ ਨੇ ਬ੍ਰਹਮ ਗਿਆਨੀ, ਇੱਕ ਦੀ ਓਟ ਆਸਰਾ ਲਵੇ। ਤੋ ਬਾਬਾ ਬੁੱਢਾ ਜੀ ਦਾ ਅਗਰ ਥੋੜਾ ਜਿਹਾ ਇਤਿਹਾਸ ਅਸੀਂ ਪੜ੍ਹਨ ਦਾ ਯਤਨ ਕਰੀਏ ਤੇ ਬਹੁਤ ਜ਼ਿਆਦਾ ਆਨੰਦ ਆਏਗਾ। ਇਹਨਾਂ ਦਾ ਜਨਮ ਹੈ ਜਿਹੜਾ ਉਹ 1506 ਵਿੱਚ ਕੱਥੂ ਨੰਗਲ, ਜਿਹੜਾ ਜ਼ਿਲ੍ਹਾ ਅੰਮ੍ਰਿਤਸਰ ਹੈ, ਉੱਥੇ ਇਹਨਾਂ ਦਾ ਜਨਮ ਹੋਇਆ ਹੈ। ਜ਼ਿਮੀਂਦਾਰ ਸਨ ਪਿਤਾ ਸੁਗੇ ਰੰਧਾਵਾ, ਮਾਤਾ ਗੋਰਾ ਜੀ। ਔਰ ਕਮਾਲ ਦੀ ਗੱਲ ਹੈ, ਮਾਤਾ ਜੁੜੀ ਹੋਈ ਸੀ ਪਰਮਾਤਮਾ ਦੇ ਨਾਲ, ਕਿਉਂਕਿ ਇਹ ਵੱਡੀਆਂ ਬਖਸ਼ਿਸ਼ਾਂ ਤਾਂ ਹੀ ਕਿਸੇ ਬ੍ਰਹਮ ਗਿਆਨੀ ਨੂੰ ਜਨਮ ਲੈਂਦੀਆਂ ਨੇ, ਦਿੰਦੀਆਂ ਨੇ, ਜਿਨ੍ਹਾਂ ਦੀ ਆਪ ਮਾਤਾ ਦੀ ਕਮਾਈ ਹੁੰਦੀ ਹੈ। ਫਿਰ ਉਸ ਬ੍ਰਹਮ ਗਿਆਨੀ ਨੂੰ ਕੋਈ ਕਥਨ ਨਹੀਂ ਕਰ ਸਕਦਾ। ਦੇਖੋ, ਧਿਆਨ ਦੇਣਾ ਕਿ ਮਾਰੇ ਕਹਿੰਦੇ ਨਾ, ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ। ਵਾਹ, ਕਈ ਅਦਾਖਰ ਪੜ੍ਹਦੇ ਨੇ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਦਾਖਰ। ਉਸ ਬ੍ਰਹਮ ਗਿਆਨੀ ਦੀ ਕੋਈ ਅੱਧਾ ਅੱਖਰ ਵੀ ਉਸ ਨੂੰ ਬਿਆਨ ਨਹੀਂ ਕਰ ਸਕਦਾ। ਮਾਰੇ ਨੇ ਕਿਤਨੀ ਮਹਿਮਾ ਦੱਸੀ ਹੈ ਉਸ ਬ੍ਰਹਮ ਗਿਆਨੀ ਤੇ। ਉਹ ਆਪ ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਔਰ ਪਰਮੇਸ਼ਰ ਦਾ ਰੂਪ ਹੋ ਜਾਂਦੇ ਨੇ। ਕਹਿੰਦੇ ਨੇ ਉਹਨੂੰ ਤੇ ਮਹੇਸ਼ਰ ਵੀ, ਦੇਵਤੇ ਲੋਕ ਵੀ ਖੋਜਦੇ ਹੁੰਦੇ ਨੇ। ਕਿੰਨੀ ਵੱਡੀ ਗੱਲ ਹੈ। ਬ੍ਰਹਮ ਗਿਆਨੀ ਪਰਉਪਕਾਰ ਉਮਾਹਾ, ਉਹਦੇ ਚੇਤੇ ਦੇ ਵਿੱਚ ਪਰਾਏ ਦਾ ਉਪਕਾਰ, ਜਿਹੜਾ ਅਨਨੋਨ ਬੰਦੇ ਦਾ ਉਪਕਾਰ ਵਾਸਤੇ ਉਹਦੇ ਅੰਦਰ ਚਾਹਤ ਹੁੰਦੀ ਹੈ। ਕਿੰਨੀ ਵੱਡੀਆਂ ਗੱਲਾਂ ਗੁਰੂ ਸਾਹਿਬ ਨੇ ਉਸ ਬ੍ਰਹਮ ਗਿਆਨੀ ਦੇ ਬਾਰੇ ਦੱਸੀਆਂ ਨੇ। ਔਰ ਉਮਰ ਛੋਟੀ ਹੈ, ਬੱਚੇ ਖੇਡਣ ਦੀ ਉਮਰ ਹੁੰਦੀ ਹੈ, ਤੇ ਬੂੜੇ ਨੂੰ ਪਰਮਾਤਮਾ ਪਾਉਣ ਦੀ ਲਗਨ ਲੱਗ ਗਈ। ਇਹ ਬੜੀ ਵੱਡੀ ਗੱਲ ਹੈ। ਨੇਤ ਪਰਮੇਸ਼ਰ ਦੀ ਕੱਥੂ ਨੰਗਲ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਚਰਨ ਪਾਏ ਭਾਈ ਮਰਦਾਨੇ ਦੇ ਨਾਲ। ਮਹਾਰਾਜ ਦਾ ਸੁਭਾਅ ਸੀ ਕਿ ਜਿੱਥੇ ਬਹਿਣਾ ਸ਼ਹਿਰ ਦੇ ਬਾਹਰ ਆ ਕੇ ਬਹਿ ਜਾਣਾ। ਕਿ ਜਦੋਂ ਮਹਾਰਾਜ ਦੇ ਸੁਰੀਲੇ ਕੰਠ ਵਿੱਚੋਂ, ਰਸਨਾ ਵਿੱਚੋਂ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਉਸ ਵੇਲੇ ਫਿਰ ਸੁਰੀਲੀ ਆਵਾਜ਼ ਵਿੱਚ ਰਬਾਬ ਛਿੜਦੀ ਸੀ ਮਰਦਾਨੇ ਕੋਲੋਂ। ਤੇ ਉਸ ਆਵਾਜ਼ ਨੂੰ ਜਿਹੜਾ ਵੀ ਸੁਣਦਾ ਸੀ, ਈਵਨ ਪੰਛੀ, ਪਸ਼ੂ, ਪਕਸ਼ੀ ਵੀ ਸੁੱਧ ਬੁੱਧ ਤੋਂ ਪਰੇ ਹੋ ਜਾਂਦੇ ਸਨ। ਭਾਵ ਕਿ ਇਕਾਗਰਤਾ ਵਿੱਚ ਆ ਜਾਂਦੇ ਸਨ। ਔਰ ਕਿੰਨੀ ਵੱਡੀ ਗੱਲ ਹੈ, ਜਿਨ੍ਹਾਂ ਨੇ ਗੁਰੂ ਨਾਨਕ ਦੇ ਕੰਠ ਵਿੱਚੋਂ ਕੋਈ ਸ਼ਬਦ ਸੁਣੇ ਹੋਣਗੇ। ਕੋਈ ਰਾਗੀ ਸਿੰਘ ਅੱਛਾ ਗਾਉਂਦਾ, ਸਾਨੂੰ ਕਿੰਨਾ ਚੰਗਾ ਲੱਗਦਾ ਹੈ। ਤੁਸੀਂ ਇਮੇਜਿਨ ਕਰੋ, ਕਿੱਥੇ ਸਾਹਮਣੇ ਗੁਰੂ ਨਾਨਕ ਬੈਠ ਕੇ ਕੀਰਤਨ ਗਾਇਨ ਕਰ ਰਹੇ ਹੋਣ। ਉਸ ਬੰਦੇ ਜਿਹੜਾ ਸਾਹਮਣੇ ਦਰਸ਼ਨ ਕਰੇਗਾ, ਉਹਦਾ ਕੀ ਨਿਹਾਲ ਹੋ ਜਾਏਗਾ। ਬੂੜੇ ਨੇ ਜਦ ਸੁਣਿਆ, ਰੋਜ਼ ਨੇਮ ਕਰਨ ਲੱਗ ਪਿਆ, ਸਤ ਸੰਗਤ ਰੋਜ਼ ਕਰਨ ਲੱਗ ਪਿਆ। ਚਿੱਤ ਕੀਤਾ, ਮਾਂ ਨੂੰ ਕਿਹਾ, ਮਾਂ ਇੱਕ ਨਾਮ ਜਪਣ ਵਾਲੀ ਰੂਹ ਆਈ ਏ, ਪਤਾ ਨਹੀਂ ਕੀ ਹੈ, ਜਦੋਂ ਕੀਰਤਨ ਕਰਦੇ ਨੇ ਮਨ ਨੂੰ ਮੋਹਿਆ ਜਾਂਦਾ ਹੈ। ਤੁਸੀਂ ਇਸ ਤਰ੍ਹਾਂ ਕਰੋ ਕਿ ਪ੍ਰਸ਼ਾਦਾ ਤਿਆਰ ਕਰੋ, ਦੁੱਧ ਦੋ। ਤਿਆਰ ਕੀਤਾ, ਲੈ ਕੇ ਗਏ, ਛਕਾਇਆ। 1 ਦਿਨ 2 ਦਿਨ
एक दिन महाराज छकिया दुध बूढ़े ने सवाल कर दिता। गुरु नानक पातशाह, तुसी दुध छक के कहा कि शरीर की तृप्ति हो गई है, ते एक गल दसो, मन की तृप्ति किवें होएगी? कितनी वड्डी गल है। महाराज कहते ने, तेरी उम्र ते खेडन दी है ते तू गल किस तरह की कर रहा है? ये ते बड़ी कोई सियाणप वाली गल है। इन्ना तेनू ज्ञान कित्थों हो गया? कहंदा महाराज, पिता ने जिमीदार ते खेतां विच असी खेतां च वाही कर रहे सन ते हाकम आए, बड़े ही बंदे नाल लैके आए सिपाही। साडी जिहड़ी फसल पक्की हुई सी सारी कट लई, ते जिहड़ी कच्ची सी उहनूं घोड़ियां दे पैरां थल्ले रोंद के चले गए। ते मैं ते मेरा पिता असी इस सीन नूं देख रहे सां। मैं सोचिया कि मना इत्थे ते कच्ची ते पक्की दोनों ही फसलां चली गईयां ने। ते मनू उस वेले ये होया कि मैं इस उम्र टुर गया ते मैं परमात्मा दा नाम ते जपिया ही नहीं है। कदी ये जाग सानू ही आ जाए। जाग लियो रे मना, जाग ले हो, कहाँ गाफल सोया। तू किस गफलत दी नींदर विच सुता होया है? तू हले जागया नहीं है। असी दुनिया विच सुते उठे जागे जरूर आए हैं, पर असी गफलत दी नींदर विच सुते होए हैं। महाराज कहते ने, बच्चियां वाली उम्र है तेरी ते गल तू वड्डियां वाली कर रहे, नाम की है? कहंदा बूढ़ा। कहंदे ने बूढ़ा नहीं है, तू बाबा बुढ़ा है। बाबा हुंदा बजुर्गां नूं कहंदे ने, दादियां नूं, जिहड़े बजुर्ग घर विच हुंदे ना, उन्हां नूं संग्या बाबे दी दित्ती गई है। ते महाराज ने फिर उस वेले उसनूं गलवकड़ी ले लिया। देखो, गुरु नानक पातशाह ने बाबा बुढ़ा जी नूं 2 वारी गलवकड़ी च लिया। कितना वो शरीर धन होएगा जिन्हों गुरु नानक ने गलवकड़ी च ले लिया। कमाल की गल है। वो वाकई नदर निहाल हो जाएगा। ते महाराज दे नाल ही करतारपुर चला गया, जिहड़ा इस टाइम पाकिस्तान विच। काफ़ी सेवा उत्थे कीती, खेती भी की, नाम भी महाराज कोलों, गुरमुखी भी सीखी गुरु नानक पातशाह कोलों, अंथक सेवा की। और देखो, जदों गुरु नानक पातशाह ने गद्दी देनी सी ना, ते उस वेले महाराज ने एक धानक रूप धारण कर लिया। गुरबाणी विच आया, धानक रूप रहा करतार। वड्डी सारी दस्तार सजा ली गुरु नानक ने, हाथ विच सोटा फड़ लिया, मगर कुत्ते ला ले, एक भयानक जिहा धानक रूप बना लिया। ते हाथ विच माया, सोने, पैसा, हीरे जवरात फड़ के जिहड़ी संगत पिछे आ रही सी, महाराज लुटांदे जान, सारे कुछ ना कुछ लैंदे जान। कोई मेरे वर्गे लालची भी, वो भी लै गए सब कुछ। महाराज ने झात मारी, पिछे 2 शरीर बचे ने, बाबा बुढ़ा जी ते भाई लैणा जी। बुढ़ा जी, तुसी क्यों नहीं जा रहे? कहंदे जी, मैं किदे कोल जावांगा, मेरा ते आसरा ही तुसी हो। महाराज जानते सन। उस वेले महाराज ने फिर गलवकड़ी च लिया, एक कत्थू नंगल विच ते एक करतारपुर विच। ते महाराज ने कहा, बुढ़िया तू चला जा, पर मैं तुहाडे दर्शन किवें करांगा? मैं ते तुहाडे दर्शनां तो बगैर रह नहीं सकदा। ते उस वेले महाराज ने कहा सी, जा बुढ़िया, तैथों ओला ना होसां, मैं तेरे तो कदी भी ओला नहीं होवांगा, ये मेरा वादा है। ये देखो, गुरु नानक पातशाह कोलों बख्शिश मिली सी।
ਤੇ ਜਦੋਂ ਗੁਰੂ ਅੰਗਦ ਦੇਵ ਜੀ ਕੋਲ ਗਏ ਬਾਬਾ ਬੁੱਢਾ ਜੀ, ਤਿਨ ਕੋ ਕੀਆ ਉਪਦੇਸੀਆ ਜਿਨ ਗੁਰ ਨਾਨਕ ਦੇਓ, ਉਹਨਾਂ ਨੇ ਇਹ ਵਰ ਦਿੱਤਾ। ਗੁਰੂ ਅਮਰਦਾਸ ਪਾਤਸ਼ਾਹ ਨੇ ਸਿੱਖੀ ਦਾ ਥੰਬ ਕਿਹਾ ਤੇ ਗੁਰੂ ਰਾਮਦਾਸ ਨੇ ਕਿਹਾ ਆਪ ਜੈਸਾ ਪਰਮ ਸੰਤ ਸੰਸਾਰ ਵਿੱਚ ਨਹੀਂ ਹੋ ਸਕਦਾ। ਦੇਖੋ, ਔਰ ਗੁਰੂ ਅਰਜਨ ਦੇਵ ਮਹਾਰਾਜ ਨੇ ਕਿਹਾ ਤੈਂ ਤਾਂ ਸਗਲ ਜਗਤ ਕੋ ਰਾਖਾ, ਤੂੰ ਤੇ ਜਗਤ ਦਾ ਰਾਖਾ ਹੈ। ਔਰ ਦੇਖੋ, ਪਹਿਲੇ ਬਾਬਾ ਬੁੱਢਾ ਜੀ ਹੋਏ ਨੇ ਜਿਨ੍ਹਾਂ ਨੇ 9 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਨੇ ਤੇ 5 ਨੂੰ ਤਿਲਕ ਲਗਾਇਆ, ਗੁਰਿਆਈ ਬਖਸ਼ੀ ਹੈ। ਕਿੰਨਾ ਵੱਡਾ ਮਾਣ ਹੈ, ਕੋਈ ਛੋਟੀ ਗੱਲ ਨਾ ਸਮਝਣਾ। 9 ਪਾਤਸ਼ਾਹੀਆਂ ਭਾਵ ਕਿ ਗੁਰੂ ਹਰਿ ਸਾਹਿਬ ਵੀ, ਗੁਰੂ ਤੇਗ ਬਹਾਦਰ ਜੀ ਔਰ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਵੀ ਦਰਸ਼ਨ, ਭਾਵ ਕਿ 9 ਪਾਤਸ਼ਾਹੀਆਂ ਤੱਕ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ ਨੇ। ਕਿਤਨੇ ਹੀ ਧਨ ਹੋਣਗੇ। ਔਰ ਜੋ ਕਾਰਜ ਕੀਤੇ ਨੇ, ਇਹ ਅੰਮ੍ਰਿਤਸਰ ਜਿਹੜੇ 5 ਸਰੋਵਰ ਤੁਸੀਂ ਦਰਸ਼ਨ ਕਰਦੇ ਹੋ ਨਾ, ਰਾਮਸਰ, ਸੰਤੋਖਸਰ, ਵਿਵੇਕਸਰ, ਕੋਲਸਰ, ਇਹ ਜਿਤਨੇ ਸਰੋਵਰ ਨੇ, ਇਹਨਾਂ ਦਾ ਟੱਕ ਵੀ ਜਿਹੜਾ ਹੈ ਨਾ, ਉਹ ਬਾਬਾ ਬੁੱਢਾ ਜੀ ਨੇ ਲਾਇਆ ਹੈ। ਇੱਥੋਂ ਤੱਕ ਤੁਸੀਂ ਜਾਓ ਗੋਇੰਦਵਾਲ ਸਾਹਿਬ, ਜਦੋਂ ਉੱਚੀ ਜਾਤ ਵਾਲੇ ਖੂਹਾਂ 'ਚ ਪਾਣੀ ਨਹੀਂ ਭਰਨ ਦਿੰਦੇ ਸਨ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਉਸ ਗੋਇੰਦਵਾਲ ਸਾਹਿਬ ਵਿਖੇ ਜਦੋਂ ਬੋਲੀ ਆਰੰਭ ਕਰਨੀ ਸੀ ਬਣਾਉਣੀ, ਉਸ ਵੇਲੇ ਟੱਕ ਸੀ ਨਾ, ਪਹਿਲਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਕੋਲੋਂ ਲਗਵਾਇਆ। ਅਕਾਲ ਤਖਤ ਦਾ ਵੀ ਸਿਰਜਣਾ ਹੋਣੀ ਸੀ, ਉਸ ਵੇਲੇ ਭਾਈ ਗੁਰਦਾਸ ਜੀ ਨਾਲ ਬਾਬਾ ਬੁੱਢਾ ਜੀ ਨੇ ਟੱਕ ਲਗਾਇਆ। ਕਿਤਨੀਆਂ ਦੇਖੋ ਇਹ ਬਖਸ਼ਿਸ਼ਾਂ ਨੇ, ਇਹ ਸਿਰਫ ਤੇ ਸਿਰਫ ਬਾਬਾ ਬੁੱਢਾ ਜੀ ਕੋਲ ਪਾਸ ਮਿਲੀਆਂ ਨੇ। ਕਿਹੜੀ ਕਿਹੜੀ ਗੱਲ ਦਾ, ਕਈ ਇਹਨਾਂ ਨੂੰ ਪੁੱਤਰਾਂ ਦੇ ਦਾਨੀ ਬੋਲਦੇ ਨੇ, ਕਈ ਇੰਦਰੀ ਜਿੱਤ ਸਿੱਖ ਬੋਲਦੇ ਨੇ। 1506 ਵਿੱਚ ਇਹਨਾਂ ਦਾ ਜਨਮ ਹੋਇਆ ਹੈ ਤੇ 1518 ਵਿੱਚ ਕਹਿ ਲਓ ਗੁਰੂ ਨਾਨਕ ਸਾਹਿਬ ਨਾਲ ਭੇਟ ਹੋਈ ਹੈ। 12 ਸਾਲ ਅੱਗੋਂ 1631 ਭਾਵ ਕਿ 113 ਤੇ ਟੋਟਲ ਆਰਬਲਾ 125 ਸਾਲ। 113 ਸਾਲ ਕੋਈ ਵੀ ਐਸੇ ਸਿੱਖ ਨੇ ਗੁਰੂ ਘਰ ਦੀ ਸੇਵਾ ਇਤਨੇ ਨਿਮਾਣੇਪਣ ਵਿੱਚ ਕਿਸੇ ਨੇ ਨਹੀਂ ਕੀਤੀ। ਤਾਂ ਹੀ ਇਹਨਾਂ ਨੂੰ ਬ੍ਰਹਮ ਗਿਆਨੀ ਦਾ ਦਰਜਾ ਦਿੱਤਾ ਗਿਆ ਹੈ। ਕਰਤਾਰਪੁਰ ਰਹਿਣਾ, ਪਰ ਘਰ ਜਾਣਾ, ਫੇਰ ਆ ਜਾਣਾ। ਮਾਤਾ ਪਿਤਾ ਨੇ ਆਨੰਦ ਕਾਰਜ ਵੀ ਕਰ ਦਿੱਤਾ, ਬਈ ਚਲੋ ਹੁਣ ਨਹੀਂ ਜਾਣਗੇ, ਪਰ ਫੇਰ ਵੀ ਮਹਾਰਾਜ ਦੀ ਪ੍ਰੀਤੀ ਸੀ ਨਾ ਜਿਹੜੀ, ਉਹ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਲੱਗੀ ਹੋਈ ਸੀ। ਐਸੀ ਪ੍ਰੀਤ ਕਰੋ ਮਨ ਮੇਰੇ, 8 ਪਹਿਰ ਜਾਨੂ ਪ੍ਰਭ ਨੇਰੇ, ਮਨ ਮੇ ਸਿੰਚੋ ਹਰ ਹਰ ਨਾਮ, ਅਨਦਿਨ ਕੀਰਤਨ ਹਰ ਗੁਣ ਗਾਮ, ਕੋ ਨਾਨਕ ਜਾ ਕੇ ਨਿਰਮਲ ਭਾਗ, ਹਰ ਚਰਨੀ ਤਾਕਾ ਮਨ ਲਾਗ, ਐਸੀ ਪ੍ਰੀਤ ਕਰੋ ਮਨ ਮੇਰੇ। ਐਸੀ ਪ੍ਰੀਤ ਕੀਤੀ ਜਿਹੜੀ 8 ਪਹਿਰ। ਸਾਡੀ ਪ੍ਰੀਤ ਕੀ ਏ? ਸਵੇਰੇ ਉੱਠੇ, ਘੰਟਾ ਪਾਠ ਕੀਤਾ, ਚਲੋ ਜੀ ਬਾਬਾ ਜੀ ਹੁਣ ਅਸੀਂ ਤੁਹਾਨੂੰ ਸੋਦਰ ਦੇ ਸਮੇਂ ਮਿਲਾਂਗੇ ਜਾਂ ਸੋਇਲੇ ਦੇ ਸਮੇਂ ਮਿਲਾਂਗੇ। ਨਹੀਂ, 8 ਪਹਿਰ ਪ੍ਰਭ ਜਾਨੋ ਨੇਰੇ। 8 ਪਹਿਰ ਉਸ ਪ੍ਰਭੂ ਪਰਮਾਤਮਾ ਨੂੰ ਯਾਦ ਕਰਦੇ ਸਨ। ਇੱਥੋਂ ਤੱਕ ਘਰ ਔਲਾਦ ਨਹੀਂ ਹੈ। ਗੁਰੂ ਅਰਜਨ ਦੇਵ ਮਹਾਰਾਜ ਦੇ ਇਤਿਹਾਸ ਆਪ ਜਾਣਦੇ ਹੋ। ਤੇ ਮਾਤਾ ਗੰਗਾ ਨੂੰ ਇਤਨੀਆਂ ਮਿਹਣੇ ਮਿਲਦੇ ਸਨ ਕਰਮੋਂ ਕੋਲੋਂ, ਪ੍ਰਿਥੀ ਕੋਲੋਂ, ਜੋ ਜਠਾਨੀ ਤੇ ਜੇਠ ਸਨ, ਕਿ ਇਹਨੇ ਤੇ ਉਤਰੀ ਰਹਿਣਾ ਹੈ। ਪਰ ਗੁਰੂ ਅਰਜਨ ਦੇਵ ਮਹਾਰਾਜ ਕੋਲ ਬੇਨਤੀ ਕੀਤੀ, ਮਹਾਰਾਜ ਤੁਸੀਂ ਆਪ ਦਾਤਾਂ ਵੰਡਣ ਵਾਲੇ ਹੋ, ਕਈਆਂ ਦੀਆਂ ਝੋਲੀਆਂ ਭਰ ਰਹੇ ਹੋ, ਖੈਰ ਪਾ ਰਹੇ ਹੋ, ਤੇ ਮੈਂ ਇਸ ਤੋਂ ਵਾਂਝੀ ਹਾਂ। ਵਡਿਆਈ ਕਿਹਨੂੰ ਦਿੱਤੀ? ਬਾਬਾ ਬੁੱਢਾ ਜੀ ਨੂੰ।
फिर इतिहास पता है आपनों किस तरह वर दिता। फिर महाराज वडियाई वेखो, जद गुरु की वडाली जिथे महाराज का प्रकाश होया हरगोबिंद पातशाह का, बाबा बुढ़ा जी नूं बुलाया गया। महाराज ने, गुरु अर्जन देव महाराज ने उस छोटे बालक नूं सब तो पहला बाबा बुढ़ा जी ब्रह्म ज्ञानी दे कर कमलों विच रखिया। उस बालक नूं बाबा जी अपने मुख तो तुहाडी बख्शिश दे नाल, महाराज कहंदे ने मेरी बख्शिश नहीं तुहाडी किरपा है, इहदा नाम भी तुसी रखो। ते उस बालक दा नाम भी ब्रह्म ज्ञानी बाबा बुढ़ा जी ने हरगोबिंद साहब रखिया। फिर महाराज ने जद विद्या की गल आई घर दे विच, माता गंगा कहन लगी विद्या पढ़न वास्ते किहदे कोल जाना है। महाराज ने झात मारी, फिर मान दिता बाबा बुढ़ा जी नूं। देखो गुरु तेग बहादुर बाबा जी नूं ते बाबा हरगोबिंद पातशाह नूं, दोहां गुरु साहब नूं दुनियावी पढ़ाई दे नाल शस्त्र विद्या भी सिखाई, घुड़सवारी, तैराकी, होर बड़ियां शस्त्र विद्या सारी तरह की। मैं इतिहास पढ़ रहा सी, 65 विद्या 65 बाबा बुढ़ा जी ने गुरु हरगोबिंद पातशाह नूं सिखलाइयां। इतना प्यार किया। देखो एक गुरु ना बहुत मान दिंदा है। तुसी किथे वजद विच, मैं कहना प्यार दे विच, जे गुरु नूं एक पाठ, गुरु ये नहीं कहना मैनूं 10 पाठ सुनाओ 20 सुनाओ। वो प्यार ही ते भाई गोपाले ने एक पाठ ही सुनाया सी ना जपजी साहब दा, ते महाराज नूं फिक्र पै गई सी कि इतने प्यार दे विच भाई गोपाला पाठ सुना रहा है, ते इन्हें समाप्ति तो बाद मंग लिया तो मैं की दवां। कदी पाठ करो ना, लगा मात्रा टिप्पी बिंदी उच्चारण देख के करोगे ना, गुरु बड़ा खुश होंदा है। तो महाराज ने सारे मान इत्थों तक मीरी ते पीरी दियां जिहड़ियां 2 तलवारां सी ना, किरपाना, वो भी बाबा बुढ़ा जी दे कर कमलों तो पाईयां। मीरी हुंदा है जो संसारिक लोगों की रख्या करने वास्ते, मजलूम की रख्या वास्ते, ते एक पीरी दी पाई सी जिहड़ी फकीरी दा प्रतीक है। ते महाराज ये भी मान बाबा बुढ़ा जी नूं मिले। मैं तां थोड़ा थोड़ा जिक्र कर रहा कि अज जन्म दिहाड़ा है, ते बाबा बुढ़ा जी नूं देन असी देख लईए कि कितनी वड्डी देन सी। जदों महाराज ग्वालियर दे किले विच सन, किस तरह महाराज वो 52 राजियां दी बंद खलासी कराने वास्ते गए। मैं तो कहंदा ही नहीं कदी कि महाराज नूं बंदी बनाया गया। उस अकाल पुरख नूं कोई बंदी नहीं बना सकता जिहदी सुरत परमात्मा दे नाल टिकी होए, जिहड़ा निरभौ होए, जिहड़ा निर्वैर होए। ये ते 52 राजियां दी पुकार उस अकाल पुरख कोल पहुंची, ते उस अकाल पुरख ने हरगोबिंद पातशाह दी एक ड्यूटी लगाई, जाओ भाई इन्हां नूं उस चुंगल विचों छुड़ाओ। उस वेले फिर 1609 की गल है, करीब इन्हां दी आरबला 103 साल की उम्र विच महाराज कहंदे ना, गुरमुख बुढ़े कदे नाही, जिन्ना अंतर सुरत ज्ञान, सदा सदा हर गुण रवे अंतर सहज ध्यान। गुरमुख कदे शरीर करके ते हो जन भावें, सुरत करके बुढ़े नहीं होंदे। ध्यान देना, साडा शब्द ते सुरत दा मेल है। गुरु नानक कोई शरीर नहीं ने, साडी शब्द ते सुरत दा मेल करना है। होर सौखा लैना, मैं उदाहरण ले लैना। कपड़ा साडा फट गया, किदे नाल जुड़दा है? सूई दे नाल। होर की धागा, 2 चीज़ां दी वरतों हुंदी है। सूई धागे नाल पाटा कपड़ा सीता जाता है।
पर जे साडे कोल सूई भी पई है, धागा भी बड़ा पिया होया, मैं कहां जे असी दोनों का मेल नहीं करांगे कपड़ा सीता जाएगा? नैवर। दसो सीता जाएगा? कदी नहीं सीता जाएगा। क्यों? क्योंकि जब असी मेल करांगे तिथे सीतो सीता महिमा माए, पढ़ांगे ना जपजी साहिब विच अखीर विच, सीतो सीता एकदम जुड़े हुए, शब्द ते सुरत का मेल हो जाए। सूई ते धागे का जद मेल नहीं होएगा, साडी कमी यही है, साडी सुरत किधर है ते शब्द किधर है? मेल ही नहीं हो रहा। शब्द विच घाट नहीं है, साडी सुरत विच घाट है। गुरु साहब सुरत ते शब्द का मेल करा रहे हैं, जिहड़ा मेल बाबा बुढ़ा जी का सुरत ते शब्द दे नाल। हुण ओही सूई ओही धागा कपड़े पाटे नूं किवें सी दिंदा है, इसे तरह तेरे इस मन नूं शब्द ते सुरत, सूई ते धागे का मेल होना चाहिए। ये बड़ी वड्डी गल है। विषय ही सारा गुरु ग्रंथ साहब का शब्द ते सुरत का मेल है, शरीरां नाल मिलन ते जोड़न का नहीं है। मैं एक गल होर भी कहंदा जावां, क्योंकि सानू मालक वालों हुक्म हुंदा है, गुरु तेग बहादुर बाबा जी वालों, कि कोई गल आ जाए सामने, जे गुरमत की कसवटी ते उतरदी है तो कह दिया करो। यह हुण गुरपुरब आंदे ने, जितने भी मेरे वीर भैन दास की आवाज़ सुन रहे हैं या रिकॉर्डिंग सुनणगे, अच्छी गल है। असी कंपलीमेंट जो भी असी देने आ, गुरु साहब वधाइयां देने आ, दवो, रज रज के दवो। मेरे प्यो का आगमन पुरब होया है, बाबा बुढ़ा जी का होया, दवो। पर कोई भी वीर भैन किसे गुरु का चित्र बना के, फोटो बना के उहदे थल्ले लिखना, ये वाजब नहीं जे। लिखो पंक्ति, गुरु ग्रंथ साहब की कोई पंक्ति लिख के थल्ले लिखो जी, गुरु तेग बहादुर बाबा जी दी या गुरु रामदास पातशाह दे आगमन पुरब दियां लख लख वधाइयां हो। लिखो जिन्ना लिख सकते हो। जिहड़ा पढ़ेगा घट्टो घट पंक्ति ते पढ़ेगा ना, एक बारी तो उहदे जहन विच आएगा। फोटो वेख के असी फोटो नाल नहीं जुड़ना। जागत जोत जपै निसबासर, नेक बिना मन नैक न आने, पूरन प्रेम प्रतीत सजै, ब्रत घोड़ मड़ी मठ भूल ना माने। सानू किसे तस्वीर नाल, किसे मूर्ति नाल, किसे कबर दे नाल, मारे ते कहंदे ने कल में होए अनेक पखंडा, जो मम सिख न माने एका। देखो गुरु गोबिंद सिंह महाराज दे बोल, कहंदे कलयुग पखंड बड़े होणगे, पर जिहड़ा मेरा सिख होएगा ना, वो एक भी इन्हां चों नहीं मनेगा। जो मम सिख ना माने एका, जे मेरा सिख होएगा ना, वो एक भी गल इन्हां चों नहीं मनेगा। ते मैं हथ बन के बेनती करांगा, अगों भी गुरु साहब दे, गुरु नानक पातशाह दे गुरपुरब आ रहे ने, तुसीं अगे भी मैसेज कन्वे करो। आप पहला सुधरिए, साडा परिवार है, असीं इस परिवार नूं पहला कहीए कि भाई असीं चित्रां नाल जुड़न नहीं आए, असी गुरु दे गुरमूरत गुर शब्द है, असी शब्द ते सुरत का मेल करना है। गुरु ग्रंथ साहब की फिलासफी आई हुई है कि साडी खिंडी हुई जिहड़ी सुरत है ना, वो गुरु शब्द दे नाल मिलाप दी एक खेड है। शब्द गुरु सुरत धुन चेला। तो महाराज इतनियां इत्थे बख्शिशां ये सानू प्राप्त हुईयां ब्रह्म ज्ञानी दी। क्यों? क्योंकि सुरत ते शब्द का मेल हो गया। जदों मेल हो जाए ना, फिर अवस्था बदल जाती है। तो महाराज ने इतनियां बख्शिशां कीतियां। एक दिन हरगोबिंद पातशाह बैठे सन ते बाबा बुढ़ा जी आ रहे सन, बुजुर्ग सन, 120-22 साल दे हो गए, आरबला इतनी हो गई। ते महाराज ने बाबा बुढ़ा जी नूं कहा, बाबा बुढ़ा जी मेरा चित करदा तुसी कित्थों इन्नी दूरों चल के आंदे हो, तुहाडी आरबला भी वध गई है, मैं एक बेनती कर रहा कि तुहानूं पालकी ते सिंह लैके आन करन, क्योंकि तुसी हुण चल भी नहीं पांदे। देखो
ਅਸੀਂ 50 55 60 ਦੇ ਹੋ ਜਾਂਦੇ ਆ ਨਾ, ਤੇ ਅਸੀਂ ਕਿੰਨੇ ਬਹਾਨੇ ਲਾਉਂਦੇ ਆ ਗੁਰੂ ਸਾਹਿਬ ਦੇ ਘਰ ਜਾਣ ਦੇ। 100 ਇਤਨੇ ਸਾਲ 25 ਸਾਲ ਦੀ ਉਮਰ ਵਿੱਚ ਵੀ ਮਹਾਰਾਜ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹਰਗੋਬਿੰਦ ਪਾਤਸ਼ਾਹ ਨੇ ਪਾਲਕੀ ਭੇਜ ਦਿੱਤੀ ਰਮਦਾਸ, ਜਿੱਥੇ ਮਹਾਰਾਜ ਬਾਬਾ ਬੁੱਢਾ ਜੀ ਰਹਿੰਦੇ ਸਨ। ਰੋਜ਼ ਜਦੋਂ ਆਣਾ ਪਾਲਕੀ ਤੇ ਸਿੰਘ ਚੁੱਕ ਕੇ ਲੈ ਕੇ ਆਣਾ। ਇੱਕ ਦਿਨ ਹਰਗੋਬਿੰਦ ਪਾਤਸ਼ਾਹ ਦਾ ਚਿੱਤ ਕੀਤਾ, ਦੇਖੋ ਕਿ ਬਾਬਾ ਜੀ ਆ ਰਹੇ ਨੇ, ਬ੍ਰਹਮ ਗਿਆਨੀ ਆ ਰਹੇ ਨੇ, ਮੇਰਾ ਚਿੱਤ ਕਰਦਾ ਹੈ ਮੈਂ ਇਹਨਾਂ ਨੂੰ ਮੋਢਾ ਦੇ ਕੇ ਹਰਮੰਦਰ ਸਾਹਿਬ ਲੈ ਕੇ ਆਵਾਂ। ਆਪ ਹਰਮੰਦਰ ਸਾਹਿਬ ਤੋਂ ਚੱਲ ਕੇ ਰਾਮਸਰ, ਜਿੱਥੇ ਸੁਖਮਨੀ ਸਾਹਿਬ ਉਚਾਰੀ ਹੈ, ਜਿੱਥੇ ਪੋਥੀ ਸਾਹਿਬ ਵੀ ਉਚਾਰੀ ਹੈ, ਮਹਾਰਾਜ ਆਪ ਚੱਲ ਕੇ ਆਏ ਤੇ ਪਿੱਛੇ ਛੁਪ ਗਏ। ਜਦੋਂ ਪਾਲਕੀ ਜਾ ਰਹੀ ਸੀ, ਬਾਬਾ ਬੁੱਢਾ ਜੀ ਪਰਦੇ ਦੇ ਵਿੱਚ ਅੰਦਰ ਪਾਲਕੀ ਵਿੱਚ ਬੈਠੇ ਸਨ। ਕੁਹਾਰ ਕਹਿ ਲੋ, ਸਿੱਖ ਕਹਿ ਲੋ, ਉਹ ਪਾਲਕੀ 4 ਬੰਦੇ ਚੁੱਕ ਕੇ ਲੈ ਜਾ ਰਹੇ ਸਨ। ਤੇ ਮਹਾਰਾਜ ਨੇ ਪੋਲੇ ਜੇ ਕਿਹਾ ਇੱਕ ਸਿੱਖ ਨੂੰ, ਤੂੰ ਹਟ ਜਾ ਤੇ ਮੈਂ ਤੇਰੀ ਜਗ੍ਹਾ ਮੈਨੂੰ ਕੰਧਾ ਦੇਣ ਦੇ, ਇਹ ਸੇਵਾ ਮੈਨੂੰ ਦੇ ਦੇ। ਤੇ ਜਿਉਂ ਹੀ ਮਹਾਰਾਜ ਨੇ ਕੰਧਾ ਲਿਆ ਨਾ, ਉਸੇ ਵੇਲੇ ਬਾਬਾ ਬੁੱਢਾ ਜੀ ਨੇ ਇੱਕਦਮ ਅੰਦਰੋਂ ਆਵਾਜ਼ ਮਾਰੀ, ਪਾਤਸ਼ਾਹ ਕੰਧਾ ਹਟਾ ਲਓ, ਨਹੀਂ ਤੇ ਮੈਂ ਹੁਣੇ ਛਾਲ ਮਾਰ ਦੇਣੀ ਹੈ। ਕਿਉਂਕਿ ਵਰ ਸੀ ਨਾ, ਤੇ ਇੱਥੋਂ ਕਦੇ ਓਲੇ ਨਾ ਹੋਸਾਂ। ਤੁਸੀਂ ਦੇਖੋ ਅਮਰਦਾਸ ਜੀ ਜਦੋਂ ਦਾਤੂ ਨੇ ਲੱਤ ਮਾਰੀ ਤੇ ਸਨ ਸਾਹਿਬ ਚਲੇ ਗਏ, ਗੁਰਦੁਆਰੇ ਦੇ ਦਰਸ਼ਨ ਕਰਦੇ ਹੋ, ਤੇ ਉੱਥੇ ਵੀ ਫਿਰ ਆਪਣੀ ਦ੍ਰਿਸ਼ਟੀ ਦੇ ਨਾਲ ਮਹਾਰਾਜ ਦੀ ਜੋ ਬਖਸ਼ਿਸ਼ ਸੀ ਉੱਥੇ ਪਹੁੰਚੇ। ਬੀਬੀ ਪਿਰਾਈ ਜਦੋਂ ਗੁਰੂ ਲਹਿਣਾ ਜੀ, ਭਾਈ ਲਹਿਣਾ ਜੀ ਜਦੋਂ ਅੰਗਦ ਰੂਪ ਵਿੱਚ ਜਾ ਕੇ ਉਹਨਾਂ ਦੇ ਘਰ ਛੁਪ ਗਏ, ਤੇ ਮਹਾਰਾਜ ਦੀ ਸੰਗਤਾਂ ਨੇ ਕਿਹਾ, ਬਹਿਬਲ ਹੋ ਰਹੀਆਂ ਸੀ ਕਿ ਅਸੀਂ ਦਰਸ਼ਨ ਕਰਨੇ ਨੇ। ਉਸ ਵੇਲੇ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਉੱਥੇ ਗਏ। ਇਤਿਹਾਸ ਹੈ, ਐ ਤੁਸੀਂ ਮੁਨਕਰ ਨਹੀਂ ਹੋ ਸਕਦੇ। ਤੇ ਉਸ ਵੇਲੇ ਆਵਾਜ਼ ਮਾਰੀ ਤੇ ਹਰਗੋਬਿੰਦ ਪਾਤਸ਼ਾਹ ਨੇ ਚਰਨ ਫਾੜੇ। ਫੜਨਾ ਚਾਹੇ ਮਹਾਰਾਜ, ਬਾਬਾ ਬੁੱਢਾ ਜੀ ਨੇ ਕਿਹਾ ਇਹ ਕੰਮ ਨਹੀਂ ਹੋਏਗਾ। ਮੇਰੀ ਇੱਕ ਬੇਨਤੀ ਹੈ, ਦੱਸੋ ਮਹਾਰਾਜ ਕੀ ਬੇਨਤੀ ਹੈ ਤੁਹਾਡੀ? ਕਹਿਣ ਲੱਗੇ, ਮੇਰਾ ਹੁਣ ਅਖੀਰਲਾ ਸਮਾਂ ਆ ਰਿਹਾ ਹੈ, ਜਦ ਮੈਂ ਤੁਹਾਨੂੰ ਯਾਦ ਕਰਾਂ ਨਾ, ਤੁਸੀਂ ਰਮਦਾਸ ਵਿੱਚ ਜ਼ਰੂਰ ਹਾਜ਼ਰੀ ਭਰਨਾ ਮੇਰੇ ਅਖੀਰਲੇ ਸਮੇਂ ਤੇ। ਕਿਉਂਕਿ ਮਹਾਰਾਜ ਨੇ ਕਿਹਾ ਸੀ, ਗੁਰੂ ਅਰਜਨ ਦੇਵ ਮਹਾਰਾਜ ਨੇ, ਬਹੁਤ ਸਤਿਕਾਰ ਕਰਨਾ ਤੁਸੀਂ। ਅਖੀਰਲਾ ਸਮਾਂ ਆ ਗਿਆ। ਸਿੰਘ ਭੇਜਿਆ ਹਰਗੋਬਿੰਦ ਪਾਤਸ਼ਾਹ ਕੋਲ। ਜਿਉਂ ਹੀ ਭੇਜਿਆ ਤੇ ਮਹਾਰਾਜ ਨੂੰ ਕਹਿਣ ਲੱਗੇ, ਬਾਬਾ ਬੁੱਢਾ ਜੀ ਨੇ ਯਾਦ ਕੀਤਾ ਹੈ, ਕਹਿੰਦੇ ਨੇ ਅਖੀਰਲਾ ਸਮਾਂ ਹੈ। ਮਹਾਰਾਜ ਜਾਣਦੇ ਸਨ। ਸਿੰਘ ਦੇ ਨਾਲ ਹਰਗੋਬਿੰਦ ਪਾਤਸ਼ਾਹ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ ਤੇ ਭਾਈ ਗੁਰਦਾਸ ਜੀ, ਇਹਨਾਂ ਨੂੰ ਨਾਲ ਲਿਆ ਤੇ ਰਮਦਾਸ ਉਸ ਸ਼ਹਿਰ ਦੇ ਵਿੱਚ ਪਹੁੰਚੇ। ਮਹਾਰਾਜ ਵੇਖ ਕੇ ਬਾਬਾ ਬੁੱਢਾ ਜੀ ਗਦ-ਗਦ ਹੋ ਗਏ। ਤੇ ਜਦ ਬੈਠੇ ਵਿਚਾਰਾਂ ਚਲੀਆਂ, ਦੇਖੋ ਹੁਣ ਹਰਗੋਬਿੰਦ ਪਾਤਸ਼ਾਹ ਕੀ ਸਵਾਲ ਕਰ ਰਹੇ ਨੇ। ਕਹਿੰਦੇ, ਬਾਬਾ ਬੁੱਢਾ ਜੀ ਇੱਕ ਸਵਾਲ ਹੈ, ਬੋਲੋ ਪਾਤਸ਼ਾਹ। ਦੇਖੋ ਚਰਨ ਫੜੇ ਨੇ, ਹਾਲਾਂਕਿ ਉਹ ਕਹਿ ਸਕਦੇ ਨੇ ਕਿ ਮੇਰੇ ਬਚਨਾਂ ਨਾਲ ਤੁਹਾਡਾ ਪ੍ਰਕਾਸ਼ ਹੋਇਆ। ਇਹ ਕਿਤਨੀ ਨਿਮਾਣਤਾ ਹੈ, ਕੋਈ ਹੰਕਾਰ ਵਾਲੀ ਗੱਲ ਨਹੀਂ, ਨਿਮਰਤਾ ਹੈ। ਕਿਤਨਾ ਨੀਵਾਂਪਨ ਹੈ। ਨਹੀਂ ਤੇ ਸਾਡੇ ਵਰਗਾ ਹੋਇਆ, ਅਸੀਂ ਬਚਨ ਕੀਤਾ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ। ਨਹੀਂ, ਮਹਾਰਾਜ ਕਹਿੰਦੇ ਨੇ, ਬਾਬਾ ਬੁੱਢਾ ਜੀ ਇੱਕ ਗੱਲ ਦੱਸੋ, ਤੁਸੀਂ ਸਿੱਖੀ ਕਿਸ ਤਰ੍ਹਾਂ ਕਮਾਈ ਹੈ? ਦੇਖੋ ਸਵਾਲ ਕਿਤਨਾ ਖੂਬਸੂਰਤ ਕੀਤਾ। ਉਸੇ ਵੇਲੇ ਚਰਨ ਫੜ ਲਏ ਗੁਰੂ ਦੇ ਬਾਬਾ ਬੁੱਢਾ ਜੀ ਨੇ। ਮਹਾਰਾਜ, ਮੈਂ ਤੇ ਹਲੇ ਸਿੱਖ ਬਣਿਆ ਹੀ ਨਹੀਂ ਹਾਂ। 113 ਸਾਲ ਕਮਾਈ ਕਰਨ ਵਾਲਾ ਸਿੱਖ ਉਹ ਕਹਿ ਰਿਹਾ। ਤੇ ਜਦ ਮਹਾਰਾਜ ਨੇ ਚਰਨ ਨਹੀਂ ਛੱਡ ਰਹੇ, ਕਹਿੰਦੇ ਨੇ, ਮੇਰੀ ਇੱਕ ਮਹਾਰਾਜ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ। ਹਰਗੋਬਿੰਦ ਪਾਤਸ਼ਾਹ ਕਹਿੰਦੇ ਨੇ, ਬਾਬਾ ਬੁੱਢਾ ਜੀ ਬੋਲੋ, ਤੁਸੀਂ ਕੀ ਚਾਹੁੰਦੇ ਹੋ? ਦੇਖੋ ਜਿਹੜੇ ਅਲਫਾਜ਼ ਇਤਿਹਾਸ ਵਿੱਚ ਆਉਂਦੇ ਨੇ,
की कह रहे ने? कह रहे ने बाबा बुढ़ा जी हरगोबिंद पातशाह जे त्रुठे होना ते एक बारी अपनी रसना तो कह दो, जा बुढ़िया तैनू बख्श दिता। कितनी वड्डी गल है। उत्थे दी संगत सी जेड़ी सब दे अखां पार आईयां। इतनी कमाई करन वाला, इतनी बख्शिशां, इतना ब्रह्म ज्ञान होने तो बाद अज साडे वर्गा होवे ना ते असी की कुछ मंग लीए। ते महाराज ने कहा जा फिर भाई बुढ़ा जी, गुरु नानक जिन सुनिया पेखिया से फिर गरबास ना भरिया रे। जिन्हें गुरु नानक नू दर्शन कीते होण वो फिर गर्भ जूनी विच नहीं आउंदा, भाव जन्म मरण विच नहीं आउंदा। मैं मूर्ख की केतक बात है, कोट पराधी तरिया रे। गुरु नानक जिन सुनिया पेखिया, जिन्हें गुरु नानक नू सुनिया पेखिया तो भाव अमल किया, इंप्लीमेंट। जिन गुरु नानक जिन सुनिया पेखिया से फिर गरबास ना भरिया रे। तुसी ते गुरु नानक दे आप दर्शन कीते ने, हथी सेवा कीती है। ये बचन कीते उस वेले हरगोबिंद पातशाह ने। ते संगतां पुछियां ने बाबा बुढ़ा जी फिर दसो सिक्खी किवें कमाई है तुसी? ते बाबा बुढ़ा जी हाथ जोड़ के कहन लगे इहदे विच जप तप सिमरन और सब तो वड्डी गल जिहड़ी कही ना बाबा बुढ़ा जी ने खीरले समय, कहन लगे जी साध संगत जी सब तो वड्डी गल है गुरु नानक तो एक तो अलावा किसे दी ओट नहीं लैनी। असी ते 50 गुरु बनाए ने। जदों असी मैं शुरू तो कहंदा आया कि जिहड़ा एक दा पहाड़ा पढ़ लेगा ना उन्होंने ठोकरा नहीं लगणगियां। ते सारी संगत दे अखां दे विच नीर वग आया। देखो एक रोना पिटना होर चीज है। एक कमाई वाले दे जान दी ये दुख हुंदा कि शरीरिक तौर ते जा रहे ने, और जिन्हें इतनी काल कमाई की होए हरगोबिंद पातशाह आप चल के आए ने। ते कहंदे ने महाराज तुसी कहंदे सी ना मोढा लाना है तुहाडी पालकी नू, ते जद मेरी अर्थी निकले ना उस वेले मोढा तुसी लाना है। सारी रात उस दिन महाराज नू सामने बैठ के टिक लगा के हरगोबिंद पातशाह दे पूरी रात दर्शन करते रहे ने बाबा बुढ़ा जी। सवेर होई इशनान किया। हरगोबिंद पातशाह कहंदे ने तुहाडी रसना तो गुरु नानक दी बाणी सुनना चाहते हैं। देखो अखीरले समय याद उन्हों ही आएगा, ऐसी चिंता में जे मरै। जिन्हों रब चेते होएगा ना वही अखीरले समय वाहिगुरु कहेगा। हाँ क्यों कहीदा वाहिगुरु वाहिगुरु को? कि अखीरले समय उन्हों याद आएगा जिन्हें सारी उम्र वाहिगुरु वाहिगुरु क्या होएगा। गुरबाणी तो कहती ना एक चित जे एक बारी कह दो ते पार उतारा, पर मस्कीन साहब कहते सन एक बारी कहण वास्ते सानू लखां वारी कहना पेगा उस एक वाली अवस्था नू लियाण वास्ते। कहते ने ना अंत काल जो नारायण सिमरे ऐसी चिंता में जे जिन्हों अंत काल नारायण चेते आ जाए उन्हों ही आएगा ना जिन्हें सारा समा गुरु नू चेते किया होएगा। सारी रात बैठे रहे थे। फिर महाराज ने क्या इशनान किते, क्या फिर महाराज ने कि बाबा बुढ़ा जी तुहाडी रसना तो जपजी साहब का पाठ सुनना चाहते। मैं जदों जपजी साहब की गल सुनना वा ना, देखो गुरु तेग बहादुर साहब जद इत्थे खूही साहब ते लास्ट वेले इशनान किया ना ते उत्थे भी जपजी साहब का पाठ सीसगंज साहब किया। गुरु अर्जन देव महाराज अपनी सुरती लै जाओ लाहौर विच जदों रावी दे किनारे महाराज नू शहीद किया गया, उस इशनान तो पहला भी महाराज ने जपजी साहब का पाठ किया। भाई मती दास जी दी वल सुरती लै जाओ उस वेले भी जपजी साहब का पाठ हो रहा सी। तो क्यों ना असी इस जपजी साहब दे नाल जुड़दे क्यों नहीं?
क्यों नहीं इसकी गहराई विच जाते? मनु कहते हैं, कई कहते हैं जपजी साहब बहुत सौखा है। मैं कहना नहीं, गुरु ग्रंथ साहब भी कोई औखी बाणी है ना, वो वे जपजी साहब, जिदियां लगा मात्रा, जिदा उच्चारण, जिदा मैं कहला भावर्थ सब तो औखे ने। ਵੱਡੇ ਵੱਡੇ ਵਿਚਾਰਵਾਨ भी जपजी साहब की व्याख्या नहीं कर पाए। बाकी बाणियां बहुत सौखियां ने, जाप साहब बहुत सौखा है। मनु कई कहते जाप साहब औखा है, मैं कहना नहीं, सब तो सौखा जाप साहब है। और सब तो औखी बाणी जिहड़ी, और औखी और महंगी बाणी, आई वुड से मतलब महंगी बाणी जपजी साहब है। अपनी सवेर जपजी तो आरंभ करिए। तो बाबा बुढ़ा जी ने जद जिन्नी नाम ते आया, गए मुशक्कत काल, नानक ते मुखुजले केती छुट्टी नाल। जदों पढ़िया उस वेले महाराज की गोद दे विच सिर ढा दिता। ज्योति जो जल में जल आए खटाना, त्यो ज्योति संग जोत समाना। मिट गए गवन पाए विश्राम, नानक प्रभ के सद कुर्बान। महाराज ने आप तैयारी करके, आप मोढियां ते चुक के, आप लंबू लाया ते सारियां संगतां नूं। फिर महाराज पूरा वो जिन्नी भी उस वेले दी समा सी, कोई 10 दिन कहंदा, कोई 15 दिन कहंदा, महाराज ने पूरी क्रिया करके बाबा बुढ़ा जी नूं ये मान बख्शिया। ये किदे सदके? ये वे सदके कि गुरु नानक दी बचन नूं सुन लिया और महाराज दा वर मिल गया कि ते तो ओले ना होसां। ते फिर महाराज दियां वो बख्शिशां अपनी जिंदगी विच कमाई कीतियां, तो घालना कीतियां। तो अज दा दिहाड़ा उस महान शख्सियत ब्रह्म ज्ञानी बाबा बुढ़ा जी का जन्म दिहाड़ा सी। सारियां संगतां नूं लख लख वधाइयां होण। वीर जी पासों एक हुक्म होया सी कि वीर जी 5-7 मिनट गुरु रामदास जी के जीवन बारे भी झात मार देना, पंछी झात। तो मैं कहा जी चलो महाराज, मैं समा जरूर 5-7 मिनट लग जाएगा, आप इसे भावना विच बैठो, क्योंकि दास जी कल परसों भी कित्थे विचार सी, तो उत्थे तो खैर घंटा का टाइम सी। तो महाराज बख्शिश करन, एक बारी मन बिरती नाल आखो, धन गुरु रामदास जी, धन गुरु रामदास जी। आओ 5-7 मिनट धन गुरु रामदास पातशाही का जिक्र कर लीए। आप सब नूं पता होना है, भाई जेठे दे रूप विच लाहौर चूना मंडी 2 साल की उम्र माता विछोड़ा दे गई। 7 साल की उम्र पिता भी छोड़ गए। किसी ने बांह नहीं फड़ी, चाचे ताए शरीक सारे कोल सन चूना मंडी, किसी ने बांह नहीं फड़ी। इतिहास है। और ताने बड़े मारे, तू बड़ा बदकिस्मत है, तू यतीम है, बड़े ताने मारे। देखो, एक किसी के माता पिता चले जान, उस तो बाद उन्होंने कोई कवे कि तू यतीम है, तो उस बच्चे ते कितनी कहने वाली गल नहीं कि उसने कितनी वो सहार नहीं पाएगा ये बच्चन। और उम्र कितनी 7 साल। माता नानी बसरके तो चल के, जिहड़ा गुरु अमरदास जी का पिंड सी, उत्थों चल के जवाई का संस्कार करन तो बाद किसी ने बांह नहीं फड़ी, तो उस बच्चे नूं लैके बसरके आन लगी। घर नूं ताला लाया, ध्यान देना, ताला लान लगे। ते जेठा कहंदा, नानी जी ये ताला कदों खुलेगा? हुण नानी की जवाब देवे? आप पूरी सूरी सी, उम्र भी बहुत सी, कित्थे बसरके आना जाना किवें आ सकदी सी? फिर महाराज नूं लै गई बसरके। कित्थे महाराज 18 साल दे होए ते कुदरती अपने पिंड गए, ते महाराज नाल ही अमरदास जी लियाए। सेवा कीती, सेवा कीती। ते फिर आप इतिहास जानते हो, जद वर की गल आई ते कहन लगे बीबी भाणी दा वर लभना है। ते माता कहंदे ने कोई घर देखिया भी है? गुरु अमरदास पातशाह कहंदे देख लांगे घर, तुसी दसो की वजह होना चाहिए।
ਤੇ ਸਾਹਮਣੇ ਜੇਠਾ ਜੀ ਆ ਰਹੇ ਸਨ, ਕਹਿੰਦੇ ਇਹਦੇ ਵਰਗਾ ਹੋਵੇ। ਤੇ ਸੁਭਾਵਕ ਬਚਨ ਨਿਕਲਿਆ। ਮਹਾਰਾਜ ਕਹਿੰਦੇ ਨੇ ਜੇਠੇ ਵਰਗਾ ਤੇ ਫਿਰ ਜੇਠਾ ਹੀ ਹੋਏਗਾ। ਇੱਕਦਮ ਮਾਤਾ ਕਹਿੰਦੇ ਨੇ ਕੀ ਕਹਿ ਰਹੇ ਹੋ? ਤੁਸੀਂ ਵੀ ਘਰਾਂ ਵਿੱਚ ਆਪਣੀ ਬੱਚੀ ਦੇ ਰਿਸ਼ਤੇ ਕਰਦੇ ਹੋ? 3-4 ਚੀਜ਼ਾਂ ਤੇ ਹਰ ਕੋਈ ਪੁੱਛਦਾ ਹੈ, ਜਾਂ ਮੈਂ ਅੱਜ ਦੇ ਲਫ਼ਜ਼ ਯੂਜ਼ ਕਰ ਲਾਂ, ਰੋਟੀ, ਕੱਪੜਾ, ਮਕਾਨ ਜਾਂ ਕੁੱਲ। ਇਹ 4 ਚੀਜ਼ਾਂ ਹਰ ਕੋਈ ਪੁੱਛਦਾ ਹੈ ਨਾ, ਕਿ ਉਹਦੀ ਰੋਟੀ ਖਾਣ ਪੀਣ ਕੈਸਾ ਹੈ, ਘਰ ਹੈ, ਕੱਪੜਾ ਅੱਛਾ ਲੱਥਾ ਪਾਉਂਦੇ ਨੇ। ਉਸ ਵੇਲੇ ਫਿਰ ਬਚਨ ਕੀਤੇ ਗੁਰੂ ਅਮਰਦਾਸ ਜੀ ਨੇ, ਕਹਿੰਦੇ ਨੇ ਇਹਦਾ ਮਕਾਨ ਐਸਾ ਹੋਏਗਾ, ਦੁਨੀਆ ਦੇ ਮਕਾਨ ਤੇ ਤੁਸੀਂ ਵੇਖੇ ਹੋਣਗੇ, ਪਰ ਇਹਦਾ ਘਰ ਕਿਸੇ ਵਰਗਾ ਹੋਰ ਘਰ ਨਹੀਂ ਹੋਏਗਾ। ਲੱਖਾਂ ਬੰਦੇ ਸਿਜਦਾ ਕਰਨਗੇ, ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਬਦਨੀ ਬੱਦੋ ਪੁਰਖ ਵਿਦਾਤੇ ਤਾਂ ਤੂੰ ਸੋਇਆ, ਬਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਉਹਦੇ ਵਰਗਾ ਘਰ ਤੇ ਕਿਸੇ ਦਾ ਵੀ ਨਹੀਂ ਹੋਣਾ। ਪਰ ਕੱਪੜਾ ਦੇਖੋ ਤੁਸੀਂ, ਮੈਲੇ ਕੱਪੜੇ, ਕੋਈ ਘਰ ਨਹੀਂ, ਬਾਹਰ ਨਹੀਂ, ਕੱਪੜੇ ਦੇਖੋ। ਕਹਿੰਦੇ ਤੁਸੀਂ ਕੱਪੜੇ ਵੇਖ ਰਹੇ ਹੋ ਨਾ, ਮਹਾਰਾਜ ਦੀ ਦੂਰ ਦ੍ਰਿਸ਼ੀ ਨਾਲ ਦੇਖ ਰਹੇ ਸਨ। ਕਹਿੰਦੇ ਨੇ ਇਹਦੇ ਘਰ ਵਿੱਚ ਉਹ ਕੱਪੜੇ, ਤੁਸੀਂ ਕੱਪੜਿਆਂ ਦੀ ਗੱਲ ਕਰ ਰਹੇ ਹੋ। ਦੇਖੋ ਅੱਜ ਚੰਦੋਆ ਚੜਾਉਣਾ ਹੋਵੇ ਨਾ, 1.5 2 ਸਾਲ ਨੰਬਰ ਨਹੀਂ ਆਉਂਦਾ। 1.5 2 2.5 ਲੱਖ ਦਾ ਰੋਜ਼ ਚੰਦੋਆ ਹਰਿਮੰਦਰ ਸਾਹਿਬ ਵਿੱਚ ਬਦਲਿਆ ਜਾਂਦਾ ਹੈ। ਮਹਾਰਾਜ ਕਹਿੰਦੇ ਤੂੰ ਕੱਪੜੇ ਦੀ ਗੱਲ ਕਰ ਰਹੇ ਹੈ, ਇਹ ਗੱਲ ਕਰ ਰਹੇ ਹੋ। ਇੱਥੇ ਤੇ ਲੋਕੀ ਇਹਨਾਂ ਦੇ ਘਰਾਂ ਦੇ ਵਿੱਚ ਸੰਗਤ ਆ ਕੇ ਇਤਨੇ ਮਹਿੰਗੇ ਰੁਮਾਲੇ ਚੜਾਉਣਾ ਚਾਹੁੰਦੇ ਨੇ। ਅੱਜ ਵੀ ਤੁਸੀਂ ਚੜਾਉਣਾ ਚਾਹੋ ਨਾ, 1.5 ਸਾਲ ਤੋਂ ਪਹਿਲਾਂ ਨੰਬਰ ਨਹੀਂ ਆਉਂਦਾ। ਕਹਿੰਦੇ ਰੋਟੀ ਵਗੈਰਾ ਘਰ ਵਿੱਚ ਕੁਛ ਵੀ ਨਹੀਂ ਹੈ। ਕਹਿੰਦੇ ਨੇ ਇਹਦੇ ਘਰ ਉਹ ਰਸੋਈ ਹੋਏਗੀ, ਤੁਹਾਨੂੰ ਯਾਦ ਹੋਏਗਾ ਕਿ ਦੁਨੀਆ ਦੇ ਵਿੱਚ ਐਸੀ ਵੱਡੀ ਰਸੋਈ ਕਿਸੇ ਦੀ ਨਹੀਂ ਹੈ, ਜਿੱਥੇ ਲੱਖਾਂ ਸ਼ਰੀਰ ਰੋਜ਼ਾਨਾ ਭੁੱਖੇ ਉਸ ਗੁਰੂ ਨਾਨਕ ਦੇ, ਗੁਰੂ ਰਾਮਦਾਸ ਜੀ ਦੇ ਘਰ ਆ ਕੇ ਲੰਗਰ ਛਕਦੇ ਨੇ। ਫਿਰ ਕੁੱਲ ਤੇ ਦੇਖੋ ਨਾ, ਕੁੱਲ ਵੀ ਤੇ ਕੋਈ ਵੇਖੋ, ਤੁਹਾਨੂੰ ਕੁੱਲ ਦਾ ਤੇ ਪਤਾ ਹੋਏਗਾ। ਮਹਾਰਾਜ ਕਹਿੰਦੇ ਨੇ ਇਹਦੀ ਕੁੱਲ ਦੇ ਵਿੱਚ 7 ਗੁਰੂਆਂ ਦੇ ਪ੍ਰਕਾਸ਼ ਹੋਣਗੇ। ਦੇਖੋ ਗੁਰੂ ਨਾਨਕ ਪਾਤਸ਼ਾਹ ਬੇਦੀ ਕੁੱਲ ਵਿੱਚੋਂ ਸਨ, ਤੇ ਗੁਰੂ ਅੰਗਦ ਦੇ ਮਹਾਰਾਜ ਤਰੈਣ ਕੁੱਲ ਵਿੱਚ ਸਨ। ਗੁਰੂ ਅਮਰਦਾਸ ਭਲੇ ਅਮਰਦਾਸ ਗੁਣ ਤੇਰੇ ਤੇਰੀ। ਕਿਸੇ ਨੇ ਪੁੱਛਿਆ ਭਲੇ ਕੀ ਹੈ? ਭਲੇ ਕੁੱਲ ਹੈ, ਭਲੇ ਕੁੱਲ ਵਿੱਚੋਂ ਸਨ। ਤੇ ਜਿਹੜੇ ਭਾਈ ਜੇਠਾ ਜੀ ਸਨ ਉਹ ਸੋਢੀ ਕੁੱਲ ਵਿੱਚੋਂ ਸਨ। ਔਰ ਇਹ ਸਾਰੀ ਚੱਲੀ ਪੀੜੀ ਸੋਢੀਆ, ਰੂਪ ਦਿਖਾਵਣ ਵਾਰੋ ਵਾਰੀ। ਇਹ ਪੜ੍ਹਦੇ ਆ ਨਾ, ਛਟਮ ਪੀਰ ਬੈਠਾ ਗੁਰ ਭਾਰੀ। ਇਹ ਸ਼ਬਦ ਸਾਰਾ ਪੜ੍ਹੋ। 5 ਪਿਆਲੇ 5 ਪੀਰ, ਛਟਮ ਪੀਰ ਬੈਠਾ ਗੁਰ ਭਾਰੀ। ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਚੱਲੀ ਪੀੜੀ ਸੋਢੀਆ, ਰੂਪ ਦਿਖਾਵਣ ਵਾਰੋ ਵਾਰੀ। ਗੁਰੂ ਰਾਮਦਾਸ, ਗੁਰੂ ਅਰਜਨ ਦੇਵ ਮਹਾਰਾਜ, ਹਰਗੋਬਿੰਦ ਪਾਤਸ਼ਾਹ, ਹਰ ਰਾਏ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ, ਗੁਰੂ ਗੋਬਿੰਦ ਸਿੰਘ ਮਹਾਰਾਜ। ਔਰ ਮੈਂ ਇੱਥੋਂ ਤੱਕ ਵੀ ਕਹਾਂਗਾ, ਅਸੀਂ ਜਿਤਨੇ ਆ ਨਾ, ਅਸੀਂ ਸਾਰੇ ਸੋਢੀ ਵੰਸ਼। ਭਾਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਖਾਲਸਾ ਥਾਪ ਦਿੱਤਾ, ਤੇ ਖਾਲਸਾ ਸਾਰਾ ਸੋਢੀ ਵੰਸ਼ ਚੋਂ ਹੀ ਆਇਆ ਹੈ। ਤੁਸੀਂ ਕੁੱਲ ਦੀ ਗੱਲ ਕਰ ਰਹੇ ਹੋ। ਦੇਖੋ ਜੇ ਗੁਰੂ ਨਾਨਕ ਦੇ ਘਰ, ਮੈਂ ਇੱਕ ਗੱਲ ਕਹਾਂ, ਜੇ ਗੁਰੂ ਨਾਨਕ ਦੇ ਘਰ ਸਾਡਾ ਪਿਆਰ ਬਣ ਗਿਆ ਨਾ, ਤੇ ਗੁਰੂ ਨਾਨਕ ਕਹਿੰਦੇ, ਦੇਖੋ ਇੱਕ ਅਨਨੋਨ ਬੰਦਾ ਜਿਹਦੇ ਕੋਲ ਖਾਣ ਵਾਸਤੇ ਰੋਟੀ ਨਹੀਂ ਸੀ, ਰਹਿਣ ਵਾਸਤੇ ਛੱਤ ਨਹੀਂ ਸੀ, ਔਰ ਗਰੀਬ ਬੱਚਾ, ਕਿੱਥੇ ਕੋਈ ਪੜਿਆ ਨਹੀਂ ਕਿੱਥੇ। ਗੁਰੂ ਗ੍ਰੰਥ ਸਾਹਿਬ ਵੀ ਤੁਹਾਨੂੰ ਯਾਦ ਹੋਣਾ, 31 ਰਾਗ ਨੇ, 30 ਰਾਗ ਗੁਰੂ ਰਾਮਦਾਸ ਪਾਤਸ਼ਾਹ ਨੇ, ਕਿਸੇ ਵਿਦਿਆ ਲੈਣ ਨਹੀਂ ਗਏ। ਤੇ ਮੇਰੀ ਗੱਲ ਉਹ ਵਿੱਚ ਰਹਿ ਗਈ। ਉਹ ਤਾਲਾ ਮਾਰਨ ਲੱਗੀ ਨਾ ਜਦ ਨਾਨੀ, ਤੇ ਭਾਈ ਜੇਠਾ ਜੀ ਪੁੱਛਦੇ ਨੇ, ਨਾਨੀ ਜੀ ਤਾਲਾ ਤੇ ਮਾਰੇ ਹੋਏ, ਕਦੋਂ ਖੋਲੋਗੇ, ਕਦ? ਦੇਖੋ ਤੁਸੀਂ ਕਿਸੇ ਦੇ ਘਰ ਜਾਓ, ਜੇ ਬਾਹਰ ਤਾਲਾ ਲੱਗਿਆ ਹੋਏਗਾ ਨਾ, ਤੁਸੀਂ ਸਮਝ ਜਾਓਗੇ ਕਿ ਇਹ ਘਰ ਵਿੱਚ ਨਹੀਂ ਹੈ। ਇਹੀ ਇੰਡੀਕੇਸ਼ਨ ਹੈ ਨਾ। ਅਸੀਂ ਹੁਣ ਕਿਸੇ ਦੇ, ਸਾਡੇ ਘਰ ਆਓ, ਸਾਡੇ ਘਰ ਤਾਲਾ ਲੱਗਿਆ, ਤੁਸੀਂ ਸਮਝ ਜਾਓਗੇ ਕਿ ਇਹ ਘਰ ਹੀ ਨਹੀਂ ਹੈਗੇ। ਦੇਖੋ ਕਮਾਲ ਦੀ ਗੱਲ। ਤੇ ਗੁਰੂ ਰਾਮਦਾਸ ਦਾ ਘਰ ਦੇਖੋ, ਤੁਹਾਨੂੰ ਇੱਕ ਹੋਰ ਅੱਜ ਵੱਡੀ ਗੱਲ ਸਾਹਮਣੇ ਆ ਰਹੀ ਹੈ।
ਜਦੋਂ ਤੁਸੀਂ ਗੁਰੂ ਰਾਮਦਾਸ ਦੇ ਦਰ ਤੇ ਜਾਂਦੇ ਹੋ ਨਾ, दरवाजे देखते हो ना, बाहर कुंडी नहीं हैगी जे। वाह, कितनी कमाल की गल है। महाराज ने कहा तेरे दर ते कुंडी नहीं होएगी, कुंडी होएगी मतलब है कि कभी नहीं भी होणगे। तुसी देखो दरबार साहब जाओ ना, अंदर एंट्री करो तो अंदरों दरवाजा बंद होंदा, अंदर कुंडी हैगी है, बाहर कुंडी नहीं जे। इसदा संकेत पता की इंडिकेशन है कि गुरु हर वेले उत्थे हाजिर है। अंदर तो वही होएगा ना, कुंडी वही लाएगा जिहड़ा हाजिर होएगा। कि जाहिर जहूर है कि हाजिर हजूर है। गुरु रामदास जी ऐसे ने जिहड़े अज भी परतक उस पावन पवित्र स्थान ते अज भी हाजिर नाजर ने। बाहरों कुंडी कोई नहीं, जे कोई दरवाजा भी बंद करेगा, बाहरों लॉक नहीं करेगा, आने वाला ये समझेगा कि अंदर मेरा गुरु बैठा है। और अज भी प्यार वालियां रूहां, इनू कोई तर्क ना लेना, इनू किसी दूजे बन्ने गल ना करना या कट्टरवादी वाली गल नहीं मैं कर रहा। ਇਹਦੇ ਅੰਦਰ ਅੱਜ ਵੀ ਸ਼ਰਧਾ ਦੇ ਨਾਲ ਕਈ ਵੀਰਾਂ ਦੇ ਨਾਲ ਗੱਲ ਹੁੰਦੀ ਹੈ। ਉਸ ਧਰਤੀ ਦੇ ਅੰਦਰ ਬੈਠ ਕੇ ਉਸ ਜਗ੍ਹਾ ਤੇ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਉਸ ਜਗ੍ਹਾ ਤੇ ਬਹਿ ਕੇ ਅੱਜ ਵੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਚੋਕੜਾ ਲਗਾਏ ਸੰਗਤਾਂ ਅੱਜ ਵੀ ਕਈ ਉਸ ਬਿਰਤੀ ਨਾਲ ਵੀ ਦਰਸ਼ਨ ਕਰ ਲੈਂਦੀਆਂ ਨੇ। ਤੁਸੀਂ ਕਹਿੰਦੇ ਹੋ ਸਰੋਵਰ, ਠੀਕ ਹੈ ਜਲ ਹੈ, ਮੰਨ ਲਿਆ ਤੁਹਾਡੀ ਗੱਲ ਜਲ ਹੈ, पर जल भी अमृत हो जाता है। जिहड़ा जल सारा दिन डे नाइट अमृतमई बाणी सुनता जा रहा है, सुनता जा रहा है, सुनता जा रहा है, वो जल नहीं रहिंदा, फिर वो अमृत हो जाता है। वो सरोवर एक बख्शिशां दा सरोवर हो जाता है। जिहड़े बाबा बुढ़ा जी की बेरी 68 तीर्थ इशनान, होर भी तुसी देखो जिथे इशनान करीदा है, ਉਹਦਾ ਭਾਵ ਇਹ ਵੇ कि मैं तीर्थां नाल जोड़न वाली इशनान की गल नहीं, इशनान करो पर उत्थे बाणी भी सुनो, क्योंकि उस पानी के अंदर भी जल के अंदर भी अमृतता है, क्योंकि उस जल ने इतनी बाणी सुनी हुई है, रोज सुन सुन के वो हुण जल नहीं रहा, वो अमृत बन गया है। तो खाली इशनान करके आ जाना ये भी गल नहीं ठीक बनती। जदों गुरु रामदास के दर ते जाओ, इशनान भी करो ते गुरु की बाणी भी सुनो। तो अज तक तुसी देखो बाहरों दर्शनी ड्योढ़ी के दरवाजे बंद होंगे ना, तो बाहर कुंडी ही नहीं है। तो महाराज कहते ने तू कुंडी की गल कर रहे हो, तुहाडे अंदर कुंडी होएगी, गुरुद्वारे के अंदर जाओ तो कुंडी है कि महाराज हाजर नाजर अंदर ही ने। तो 24 घंटे अज भी संगतां कल भी ला खट रही सन, अगों भी खट्टणगे। असी प्रकाश पुरब मना रहे हैं, असी समझिए रोज़ ही प्रकाश पुरब है, असी रोज़ ही बाणी पढ़नी है, रोज़ ही गुरां की उस्तत करनी है। सो बहुत बहुत धन्यवाद। और गुरु बाबा रामदास जी ते बाबा बुढ़ा जी दे आगमन पुरब दियां सारियां संगतां नूं लख लख वधाइयां। विचारां करदे जज्बाती हो के कोई गल ज़्यादा भी कही गई होवे ते खिमा कर देना। बचन गुरु दे जान के हिरदे विच जूर वसाना। असीस दवो, कथा करन दी जाच आ जाए। वाहिगुरू जी का खालसा, वाहिगुरू जी की फतेह।